ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਗੁਰਵਿੰਦਰ ਕੌਰ, ਹੈਂਸ ਦੇ ਸਟੂਡੈਂਟ। ਅੱਜ ਆਪਾਂ ਇੱਥੇ ਦੇਖਦੇ ਹੈਗੇ ਕਿ ਪੀਸੀਐਸ ਜੋ ਆਪਣਾ ਮੇਨਸ ਹੈ ਉਹਦੇ ਲਈ ਕੀ ਰਾਈਟ ਅਪਰੋਚ ਹੋਣੀ ਚਾਹੀਦੀ ਹੈ, ਰਾਈਟ ਸਟ੍ਰੈਟਜੀ ਕਿਆ ਹੈ, ਕਿਆ ਕਰੈਕਟ ਮੈਥਡ ਹੈਗਾ, ਠੀਕ ਹੈ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਤੇ ਇਹ ਸੈਸ਼ਨ ਸਟੂਡੈਂਟ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੀ ਪ੍ਰੈਪਰੇਸ਼ਨ ਦੇ ਲਈ। ਪੂਰੀ ਤੁਹਾਡੀ ਪ੍ਰੈਪਰੇਸ਼ਨ ਨੂੰ ਹੀ ਮੋਲਡ ਕਰ ਸਕਦਾ ਹੈ, ਤੁਹਾਨੂੰ ਇੱਕ ਗਾਈਡੈਂਸ ਦੇ ਤੌਰ ਤੇ ਕੰਮ ਕਰ ਸਕਦਾ ਹੈਗਾ ਇਹ। ਸੋ ਪਲੀਜ਼ ਇਸ ਸੈਸ਼ਨ ਨੂੰ ਸਟੂਡੈਂਟ ਤੁਸੀਂ ਧਿਆਨ ਨਾਲ ਸੁਣਨਾ ਤੇ ਜੋ ਵੀ ਪੁਆਇੰਟਸ ਨੇ ਉਹਨਾਂ ਨੂੰ ਤੁਸੀਂ ਕੇਅਰਫੁਲੀ ਨੋਟ ਵੀ ਕਰਨਾ, ਸੋ ਦੈਟ ਤੁਹਾਡੀ ਪੀਸੀਐਸ ਦੀ ਪ੍ਰੈਪਰੇਸ਼ਨ ਜਿਹੜੀ ਹੈ ਉਹ ਸਮੂਥਲੀ ਚੱਲ ਸਕੇ। ਠੀਕ ਹੈ ਜੀ, ਓਕੇ। ਸੋ ਲੈਟਸ ਸੀ ਆਵਰ ਪੀਸੀਐਸ ਮੇਨਸ ਪ੍ਰੈਪਰੇਸ਼ਨ। ਸੋ ਦੇਖਦੇ ਹਾਂ ਸਟੂਡੈਂਟ ਆਪਾਂ ਇੱਥੇ ਰਾਈਟ ਸਟ੍ਰੈਟਜੀ ਕੀ ਹੈਗੀ ਹੈ ਮੇਨਸ ਐਗਜ਼ਾਮੀਨੇਸ਼ਨ ਨੂੰ ਲੈ ਕੇ। ਸੋ ਸਟੂਡੈਂਟ ਮੈਂ ਇੱਥੇ ਸਟਾਰਟਿੰਗ ਦੇ ਵਿੱਚ ਹੀ ਤਿੰਨ ਵਰਡਸ ਜਿਹੜੇ ਨੇ ਉਹ ਮੈਂ ਯੂਜ਼ ਕੀਤੇ ਨੇ ਸਟੂਡੈਂਟ। ਸਭ ਤੋਂ ਪਹਿਲਾਂ ਸਟੂਡੈਂਟ ਸਮਾਰਟ। ਸੀ ਹੇਅਰ ਸਟੂਡੈਂਟ ਸਮਾਰਟ ਵਰਡ ਇੱਥੇ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ ਜਾਂ ਇਸ ਨੂੰ ਕਿੱਦਾਂ ਆਪਾਂ ਇਹਦੇ ਲਈ ਸਾਡੀ ਕੀ ਅਪਰੋਚ ਹੋਣੀ ਚਾਹੀਦੀ ਹੈ ਬਾਰੇ ਵੀ ਆਪਾਂ ਗੱਲ ਕਰਦੇ ਹੈਗੇ ਆ। ਦੂਸਰਾ ਹੈ ਸਟਰਕਚਰਡ ਵੇ ਦੇ ਵਿੱਚ ਆਪਣੀ ਪ੍ਰੈਪਰੇਸ਼ਨ ਹੋਣੀ ਚਾਹੀਦੀ ਹੈਗੀ ਹੈ ਤੇ ਤੀਸਰੀ ਜਿਹੜੀ ਆਪਣੀ ਸਟ੍ਰੈਟਜੀ ਹੈ ਉਹ ਸਕਸੈਸ ਓਰੀਐਂਟਡ ਹੋਣੀ ਚਾਹੀਦੀ ਹੈਗੀ ਹੈ। ਇਹਦੇ ਤੇ ਮੈਂ ਤਿੰਨਾਂ ਹੀ ਪੁਆਇੰਟਸ ਤੇ ਮੈਂ ਗੱਲ ਕਰਾਂਗੀ। ਸੀ ਹੇਅਰ ਸਟੂਡੈਂਟ, ਤੁਸੀਂ ਕਈ ਵਾਰ ਸੁਣਿਆ ਵੀ ਹੋਣਾ ਹੈਗਾ ਕਿ ਜਿਸਨੂੰ ਜੋ ਮਿਹਨਤ ਕਰਦਾ ਹੈਗਾ ਉਸਨੂੰ ਫਲ ਜ਼ਰੂਰ ਮਿਲਦਾ ਹੈਗਾ। ਤਾਂ ਮੈਂ ਤੇ ਬਹੁਤ ਇੱਕ ਹਾਰਸ਼ ਜਿਹਾ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਦੀ ਹੈਗੀ ਆ ਰਿਐਲਿਟੀ ਚੈੱਕ ਵਾਲਾ ਕਿ ਮਿਹਨਤ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਨ ਵਾਲਾ ਜਾਂ ਤੁਸੀਂ ਕਹਿ ਲਓ ਵੀ ਇੱਕ ਰਿਕਸ਼ਾ ਚਲਾਉਣ ਵਾਲੇ ਤੋਂ ਜ਼ਿਆਦਾ ਮਿਹਨਤ ਕੋਈ ਨਹੀਂ ਕਰਦਾ। ਪੂਰਾ ਦਿਨ ਉਹ ਰਿਕਸ਼ਾ ਚਲਾਉਂਦਾ, ਤੁਸੀਂ ਦੇਖੋ ਵੀ ਸ਼ਾਮ ਤੱਕ ਉਹਨੂੰ ਕਿੰਨੇ ਪੈਸੇ ਮਿਲਦੇ ਉਸ ਕੰਮ ਦੇ, ਕੁਝ ਖਾਸ ਨਹੀਂ। ਲੇਕਿਨ ਦੂਸਰੀ ਤਰਫ ਇੱਕ ਆਈਐਸ ਆਫਿਸਰ, ਇੱਕ ਪੀਸੀਐਸ ਆਫਿਸਰ ਹੈ ਜੋ ਆਫਿਸ ਦੇ ਵਿੱਚ ਬੈਠ ਕੇ ਇੱਕ ਕਰੂਸ਼ੀਅਲ ਡਿਸੀਜਨਸ ਲੈ ਰਿਹਾ ਹੈਗਾ ਆਪਣੀ ਇੰਟੈਲੈਕਚੁਅਲ ਪਾਵਰ ਦੇ ਬੇਸਿਸ ਤੇ, ਠੀਕ ਹੈ, ਜਾਂ ਨੌਲੇਜ ਦੇ ਬੇਸ ਤੇ, ਠੀਕ ਹੈ। ਤੇ ਉਹਦੇ ਜਿਹੜੇ ਲਈ ਡਿਸੀਜਨਸ ਜਿਹੜੇ ਨੇ ਉਹ ਪੂਰੇ ਸਟੇਟ ਨੂੰ ਇੰਪੈਕਟ ਕਰ ਰਹੇ ਨੇ, ਇੱਥੋਂ ਤੱਕ ਵੀ ਸੈਂਟਰ ਤੱਕ ਇੰਪੈਕਟ ਹੋ ਸਕਦਾ ਉਹਦਾ ਅਗਰ ਉਹ ਬਹੁਤ ਬੜੀ ਪੋਜੀਸ਼ਨ ਤੇ ਹੈ। ਤੇ ਈਵਨ ਸਟੂਡੈਂਟ ਤੁਸੀਂ ਕਹਿ ਲਓ ਵੀ ਉਹਦੇ ਵਾਸਤੇ ਉਸਨੂੰ ਬਹੁਤ ਸਾਰੇ ਇੱਥੇ ਫਾਈਨੈਂਸ਼ੀਅਲੀ ਸਪੋਰਟ ਵੀ ਉਸਨੂੰ ਮਿਲਦਾ ਹੈਗਾ। ਦੋਨਾਂ ਦੇ ਅੰਦਰ ਕੀ ਡਿਫਰੈਂਸ ਹੈ? ਮਿਹਨਤ ਤਾਂ ਦੋਨੋਂ ਹੀ ਕਰ ਰਹੇ। ਰਿਕਸ਼ਾ ਵਾਲਾ ਜ਼ਿਆਦਾ ਮਜ਼ਦੂਰੀ ਕਰ ਰਿਹਾ ਨਾ ਸਟੂਡੈਂਟ, ਰਾਈਟ? ਠੀਕ ਹੈ। ਸੋ ਇਸੇ ਤਰੀਕੇ ਨਾਲ ਅਗਰ ਆਪਾਂ ਬਾਕੀ ਚੀਜ਼ਾਂ ਨੂੰ ਦੇਖੀਏ, ਚਾਹੇ ਫਿਰ ਉਹ ਆਪਣੀ ਖੇਤੀ ਕਿਉਂ ਨਹੀਂ, ਆਪਾਂ ਸਾਰੇ ਇੱਕ ਪੰਜਾਬ ਇੱਕ ਐਗਰੀਕਲਚਰ ਡੋਮੀਨੈਂਟ ਸਟੇਟ ਹੈਗਾ, ਤੁਸੀਂ ਦੇਖੋ ਵੀ ਖੇਤੀ ਵੀ ਅੱਜ ਦੋ ਤਰੀਕੇ ਦੀ ਹੁੰਦੀ ਹੈ। ਇੱਕ ਟ੍ਰੈਡੀਸ਼ਨਲ ਮੈਥਡਸ, ਠੀਕ ਹੈ, ਕਿ ਤੁਸੀਂ ਜਾਓ ਖੇਤ ਦੇ ਵਿੱਚ, ਤੁਸੀਂ ਪਸੀਨੋ ਪਸੀਨ ਹੋ ਕੇ, ਠੀਕ ਹੈ, ਇੱਕ ਹਲ ਨਾਲ ਉਹਨੂੰ ਖੇਤ ਨੂੰ ਜੋਤੋ, ਫਿਰ ਉਹਦੇ ਵਿੱਚ ਤੁਸੀਂ ਫਸਲ ਉਗਾਓ। ਇੱਕ ਤੁਸੀਂ ਜਿਹੜਾ ਹੈਗਾ ਸਮਾਰਟ ਵੇ ਦੇ ਨਾਲ ਉੱਥੇ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਤੁਸੀਂ ਉਸ ਕੰਮ ਨੂੰ ਕਰੋ ਤਾਂ ਤੁਹਾਡੀ ਪ੍ਰੋਡਕਟਿਵਿਟੀ ਵੀ ਅੱਛੀ ਹੋਏਗੀ, ਓਬਵੀਅਸਲੀ ਤੁਹਾਨੂੰ ਇਕਨੋਮਿਕਲੀ ਬੈਨੀਫਿਟ ਵੀ ਜ਼ਿਆਦਾ ਹੋਏਗਾ ਐਜ਼ ਕੰਪੇਅਰ ਟੂ ਦੈਟ ਟ੍ਰੈਡੀਸ਼ਨਲ ਮੈਥਡ। ਤਾਂ ਸਮਾਰਟ ਅਪਰੋਚ ਦਾ ਮਤਲਬ ਕੀ ਹੈਗਾ ਕਿ ਪ੍ਰੈਪਰੇਸ਼ਨ ਇੱਥੇ ਜਿਹੜੀ ਹੈਗੀ ਉਹ ਦੋਨੋਂ ਤਰੀਕੇ ਨਾਲ ਕੀਤੀ ਜਾ ਸਕਦੀ ਹੈਗੀ ਹੈ, ਠੀਕ ਹੈ। ਲੇਕਿਨ ਸਭ ਤੋਂ ਜ਼ਿਆਦਾ ਸਕਸੈਸ ਕਿਸ ਦੀ ਹੋਏਗੀ? ਇਹ ਡਿਪੈਂਡ ਕਰਦਾ ਹੈ ਸਟੂਡੈਂਟ ਕਿ ਤੁਸੀਂ ਐਫੀਸ਼ੀਐਂਟ, ਤੁਹਾਡੀ ਐਫੀਸ਼ੀਐਂਸੀ ਕਿੰਨੀ ਸੀਗੀ। ਇੱਕ ਵਰਡ ਹੁੰਦਾ ਐਫੀਸ਼ੀਐਂਸੀ। ਐਫੀਸ਼ੀਐਂਸੀ ਕਿੰਨਾ ਐਫੀਸ਼ੀਐਂਟ ਵੇ ਦੇ ਨਾਲ ਤੁਸੀਂ ਕੰਮ ਨੂੰ ਕੀਤਾ, ਠੀਕ ਹੈ, ਓਕੇ। ਕਿ ਇੱਕ ਤੁਸੀਂ ਪੂਰੀ ਬੁੱਕ ਪੜ੍ਹ ਕੇ ਆਨਸਰ ਲਿਖਿਆ, ਇੱਕ ਤੁਸੀਂ ਥੋੜੇ ਜਿਹੇ ਨੋਟਸ ਪੜ੍ਹ ਕੇ, ਠੀਕ ਹੈ, ਫਿਰ ਤੁਸੀਂ ਆਨਸਰ ਵੱਲ ਵਧੇ, ਠੀਕ ਹੈ, ਤੇ ਸੇਮ ਹੀ ਵੇ ਨਾਲ ਤੁਹਾਡਾ ਆਊਟਪੁੱਟ ਆਇਆ, ਬਰਾਬਰ ਮਾਰਕਸ ਮਿਲੇ। ਇਹਦਾ ਮਤਲਬ ਕੀ ਹੈਗਾ ਕਿ ਇੱਕ ਸਮਾਰਟ ਸਟੱਡੀ ਹੈ, ਦੂਸਰੀ ਤਰਫ ਤੁਸੀਂ ਬਹੁਤ ਜ਼ਿਆਦਾ ਕਿਆ ਕੀਤੀ, ਅੰਧਾਧੁੰਦ ਮਿਹਨਤ ਕੀਤੀ, ਠੀਕ ਹੈ, ਲੇਕਿਨ ਉਹਦਾ ਇੰਨਾ ਜ਼ਿਆਦਾ ਆਊਟਪੁੱਟ ਨਹੀਂ ਆਇਆਗਾ। ਦੂਸਰਾ ਹੈ ਸਟਰਕਚਰਡ ਵੇ ਦੇ ਵਿੱਚ। ਹੁਣ ਕਈ ਵਾਰ ਕੀ ਹੁੰਦਾ ਕਿ ਮੈਂ ਬਹੁਤ ਸਾਰੇ ਬੱਚਿਆਂ ਨੂੰ ਦੇਖਦੀ ਹੈਗੀ ਆ ਕਿ ਉਹਨਾਂ ਨੇ ਪ੍ਰੈਪਰੇਸ਼ਨ ਤਾਂ ਸਟਾਰਟ ਕਰਤੀ, ਪ੍ਰੈਪਰੇਸ਼ਨ ਤਾਂ ਆਪਣੀ ਸਟਾਰਟ ਕੀਤੀ ਉਹਨਾਂ ਨੇ, ਲੇਕਿਨ ਉਹਨੂੰ ਸਟਰਕਚਰਡ ਵੇ ਦੇ ਵਿੱਚ ਨਹੀਂ ਹੈ। ਸਟਰਕਚਰਡ ਮਤਲਬ ਕਿ ਉਹਨਾਂ ਨੂੰ ਅੱਛਾ ਕਦੇ ਪੋਲਿਟੀ ਦੇ ਲਈ ਇਹ ਬੁੱਕ ਪੜ੍ਹ ਲਈ, ਫਿਰ ਦੂਸਰੀ ਪੜ੍ਹ ਲਈ, ਫਿਰ ਕਿਸੇ ਦੇ ਨੋਟਸ ਪੜ੍ਹ ਲਈ, ਠੀਕ ਹੈ, ਇੱਕ ਕੁਐਸਚਨ ਦੀ ਅਪਰੋਚ ਇੱਥੋਂ ਲੈ ਲਈ, ਇੱਕ ਕੁਐਸਚਨ ਦੇ ਇੱਥੋਂ ਲੈ ਲਈ, ਇੱਕ ਕੁਐਸਚਨ ਇੱਥੋਂ ਲਿਖਤਾ, ਮਤਲਬ ਕੁਝ ਅਨਸਟਰਕਚਰਡ ਵੇ ਦੇ ਨਾਲ, ਮਤਲਬ ਪਤਾ ਹੀ ਨਹੀਂ ਹੈ ਸਟਾਰਟਿੰਗ ਕਿੱਥੋਂ ਕਰਨੀ, ਇਹ ਵੀ ਨਹੀਂ ਪਤਾ, ਬਸ ਚੱਕਿਆ, ਮੰਨ ਲਓ ਕਿਸੇ ਟੌਪਰ ਦੀ ਕਾਪੀ ਚੱਕ ਲਈ, ਉਹਨੂੰ ਪੜ੍ਹ ਲਿਆ, ਕੁਐਸਚਨ ਅਟੈਂਪਟ ਕਰ ਲਿਆ, ਦੇਖ ਲਿਆ, ਲਿਖ ਲਿਆ, ਠੀਕ ਹੈ, ਸਿਲੇਬਸ ਦਾ ਕੁਝ ਅਤਾ ਪਤਾ ਨਹੀਂ ਹੈ, ਕੁਝ ਨਹੀਂ ਪੜਿਆਗਾ। ਤਾਂ ਦੈਟ ਇਜ਼ ਅਨਸਟਰਕਚਰਡ ਵੇ, ਮਤਲਬ ਉਹ ਅਨਸਟਰਕਚਰਡ ਹੈ ਤੁਹਾਡੀ ਪ੍ਰੈਪਰੇਸ਼ਨ। ਜੋ ਤੁਹਾਡੀ ਸਟਰਕਚਰਡ ਵੇ ਨਾਲ ਜਿਹੜੀ ਤੁਹਾਡੀ ਪ੍ਰੈਪਰੇਸ਼ਨ ਹੁੰਦੀ ਹੈ ਉਹਦਾ ਆਊਟਪੁੱਟ ਬਹੁਤ ਅੱਛਾ ਆਉਂਦਾ ਹੈਗਾ। ਦੂਸਰਾ ਹੁੰਦਾ ਸਕਸੈਸ ਓਰੀਐਂਟਡ। ਦੇਖੋ ਨਿਊਜ਼ਪੇਪਰ ਜਿਹੜਾ ਹੈਗਾ ਉਹ ਇੱਕ ਆਈਐਸ ਇੱਕ ਜਾਂ ਪੀਸੀਐਸ ਇੱਕ ਐਸਪੀਰੈਂਟ ਵੀ ਪੜ੍ਹ ਰਹੇ ਹੈਗੇ, ਤੇ ਨਿਊਜ਼ਪੇਪਰ ਸਾਡੇ ਘਰ ਦੇ ਅੰਦਰ ਬੈਠੇ ਬਜ਼ੁਰਗ ਵੀ ਪੜ੍ਹ ਰਹੇ ਨੇ।
ਲੇਕਿਨ ਉਹ ਆਪਣੇ ਐਂਟਰਟੇਨਮੈਂਟ ਵਾਸਤੇ, ਨੌਲੇਜ ਵਾਸਤੇ ਉਹਨਾਂ ਦਾ ਇੱਕ ਅਲੱਗ ਪਰਪਸ ਹੈ। ਹੋ ਸਕਦਾ ਸਾਡੇ ਨਾਲੋਂ ਬਹੁਤ ਜ਼ਿਆਦਾ ਨੌਲੇਜ ਹੋਵੇ ਉਹਨਾਂ ਨੂੰ, ਲੇਕਿਨ ਸਕਸੈਸ ਕਿਸ ਦੇ ਕੋਲੇ ਜ਼ਿਆਦਾ ਹੈ? ਸਕਸੈਸ ਹੈ ਉਸ ਆਈਐਸ ਐਸਪੀਰੈਂਟ ਦੇ ਕੋਲੇ ਹੋਣ ਦੇ, ਉਹਦੇ ਚਾਂਸਸ ਜ਼ਿਆਦਾ ਨੇ, ਪ੍ਰੋਬੇਬਿਲਿਟੀ ਉੱਥੇ ਜ਼ਿਆਦਾ ਹੈ। ਕਿਉਂ? ਕਿਉਂਕਿ ਜਿਹੜਾ ਉਹਦਾ ਪੜਨ ਦਾ ਮੈਥਡ ਹੈਗਾ ਹੈ ਨਾ, ਉਹ ਇੱਕ ਸਕਸੈਸ ਓਰੀਐਂਟਡ ਹੈ ਕਿ ਪੜ ਕੇ ਉਹਨੇ ਸਕਸੈਸ ਹੋਣਾ ਉਹਦੇ ਅੰਦਰੋਂ। ਠੀਕ ਹੈ, ਓਕੇ। ਸੋ ਆਈ ਹੋਪ ਕਿ ਤੁਹਾਨੂੰ ਥੋੜਾ ਜਿਹਾ 3 ਪੁਆਇੰਟਸ ਦੇ ਅੰਦਰ ਥੋੜੀ ਕਲੈਰਿਟੀ ਆ ਗਈ ਹੋਏਗੀ। ਠੀਕ ਹੈ, ਬਾਕੀ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਤੁਹਾਨੂੰ ਸਮਝ ਆਂਦਾ ਜਾਏਗਾ। ਠੀਕ ਹੈ, ਕਿ ਰਾਈਟ ਸਟ੍ਰੈਟਜੀ ਕਿਆ ਚੀਜ਼ ਹੁੰਦੀ ਹੈ। ਸੋ ਇੱਥੇ ਮੈਥਡਸ ਦੀ ਗੱਲ ਕਰਦੇ ਹਾਂ ਸਟੂਡੈਂਟ, ਦੇਖੋ ਪੇਪਰ ਨੂੰ ਇੱਥੇ 2 ਤਰੀਕੇ ਦੀ ਅਪਰੋਚ ਹੋਏਗੀ। ਹਾਂ, ਤੁਸੀਂ ਦੇਖੋਗੇ ਕਿ ਤੁਹਾਨੂੰ ਇੱਥੇ ਬ੍ਰੌਡਲੀ 2 ਕੈਟੇਗਰੀ ਦੇ ਸਟੂਡੈਂਟਸ ਮਿਲਣਗੇ। ਸਾਡੇ ਦੇਖੋ ਦਿਨ ਰਾਤ ਇਹੀ ਕੰਮ ਹੈਗਾ, ਤਾਂ ਅਸੀਂ ਦੇਖਦੇ ਹੈਗੇ ਕਿ ਸਟੂਡੈਂਟ ਇੱਥੇ ਬ੍ਰੌਡਲੀ ਅਸੀਂ 2 ਕੈਟੇਗਰੀਜ਼ ਦੇ ਵਿੱਚ ਸਟੂਡੈਂਟਸ ਨੂੰ ਡਿਵਾਈਡ ਕਰ ਲੈਣੇ ਹੈਗੇ ਆ। ਇੱਕ ਉਹ ਸਟੂਡੈਂਟ ਹੁੰਦੇ ਜਿਨ੍ਹਾਂ ਨੂੰ ਮੇਨਸ ਬਾਰੇ ਕੁਝ ਨਹੀਂ ਪਤਾ, ਕੁਝ ਵੀ ਨਹੀਂ ਪਤਾ, ਕੁਝ ਮਤਲਬ ਕੁਝ ਨਹੀਂ ਪਤਾ, ਨਾ ਉਹਨਾਂ ਨੂੰ ਕੰਟੈਂਟ ਦਾ ਪਤਾ ਹੈ, ਨਾ ਉਹਨਾਂ ਨੂੰ ਇਹ ਪਤਾ ਹੈ ਕਿ ਹਾਂਜੀ ਕਿਹੜੀ ਬੁੱਕ ਚੋਂ ਕਿੱਥੋਂ ਕੀ ਕੁਝ ਪੜ੍ਹਨਾ ਹੈਗਾ, ਨਾ ਉਹਨਾਂ ਨੂੰ ਇਹ ਪਤਾ ਕਿ ਨੋਟਸ ਕਿਵੇਂ ਬਣਾਉਣੇ, ਨਾ ਉਹਨਾਂ ਨੂੰ ਇਹ ਪਤਾ ਕਿ ਆਨਸਰ ਰਾਈਟਿੰਗ ਕਿਸ ਤਰੀਕੇ ਨਾਲ ਕਰਨੀ ਹੈ, ਸ਼ਾਰਟ ਨੋਟਸ ਕਿੱਦਾਂ ਬਣਾਉਣੇ ਨੇ, ਮੇਨਸ ਦਾ ਕੰਟੈਂਟ ਕਿਸ ਤਰੀਕੇ ਨਾਲ ਇਕੱਠਾ ਕਰਨਾ ਹੈ, ਨਥਿੰਗ। ਇੱਕ ਹੁੰਦੇ ਹੈਗੇ ਸਟੂਡੈਂਟ ਸਮਾਰਟ ਅਪਰੋਚ ਵਾਲੇ, ਉਹਨਾਂ ਦਾ ਹੁਣ ਪ੍ਰਿਪੇਅਰ ਕਰਨ ਦਾ ਤਰੀਕਾ ਕੀ ਹੋਏਗਾ, ਉਹ ਡਿਫਰੈਂਟ ਹੋਏਗਾ। ਕਿੱਦਾਂ ਸਟੂਡੈਂਟ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਟੂਡੈਂਟ। ਲੈਟਸ ਸੀ, ਦੇਖੋ ਇੱਥੇ ਤੁਸੀਂ ਐਕਸਪੀਰੀਅੰਸ ਅਪਰੋਚ ਵੀ ਕਹਿ ਸਕਦੇ ਹੋ ਇਸਨੂੰ, ਜਾਂ ਸਮਾਰਟ ਅਪਰੋਚ ਕਹਿ ਲਓ। ਦੇਖੋ ਫਰੈਸ਼ਰ ਦੀ ਅਪਰੋਚ ਕੀ ਹੋਏਗੀ, ਤਾਂ ਫਰੈਸ਼ਰ ਦੀ ਅਪਰੋਚ ਕੀ ਹੋਏਗੀ ਮੈਂ ਦੱਸਦੀ। ਫਰੈਸ਼ਰ ਦੀ ਅਪਰੋਚ ਹੋਏਗੀ, ਸਭ ਤੋਂ ਪਹਿਲਾਂ ਉਹ ਕੀ ਕਰੇਗਾ, ਬੁੱਕਸ ਉਠਾਏਗਾ। ਸਭ ਤੋਂ ਪਹਿਲਾਂ ਕੀ ਕਰੇਗਾ ਰਾਜੇ, ਬੁੱਕਸ ਉਠਾਏਗਾ। ਸਭ ਤੋਂ ਪਹਿਲਾਂ ਚੱਕੇਗਾ ਬੁੱਕਸ, ਬੁੱਕਸ ਪੜ੍ਹਨੀਆਂ ਸ਼ੁਰੂ ਕਰ ਦੇ। ਬੁੱਕਸ ਚੋਂ ਹੁਣ ਕੀ ਪੜ੍ਹਨਾ ਹੈ, ਕਿੰਨਾ ਪੜ੍ਹਨਾ ਹੈ, ਕਿੱਥੇ ਰੁਕਣਾ ਹੈ, ਫੁੱਲ ਸਟਾਪ ਕਿੱਥੇ ਲਗਾਣਾ ਹੈ, ਉਸਨੂੰ ਕੁਝ ਨਹੀਂ ਪਤਾ। ਸਿੱਧਾ ਸਿੰਪਲ ਬੁੱਕਸ ਚੱਕੀਆਂ ਜੀਐਸ ਦੀਆਂ, ਪੜ੍ਹਨੀਆਂ ਸਟਾਰਟ ਕਰਤੀਆਂ। ਦੂਸਰਾ ਉਹ ਕੀ ਕਰੇਗਾ, ਬੁੱਕਸ ਦੇ ਅੰਦਰ ਫਿਰ ਕੀ ਕਰੇਗਾ, ਕਲਾਸਿਸ ਲਗਾਏਗਾ। ਕਲਾਸਿਸ ਚ ਉਹਨੂੰ ਥੋੜਾ ਬਹੁਤ ਆਈਡੀਆ ਹੋਏਗਾ, ਉਥੋਂ ਨੋਟਸ ਬਣਾਏਗਾ। ਹੁਣ ਨੋਟਸ ਕਿੱਥੋਂ ਬਣਾਣੀ ਹੈ, ਕਿਵੇਂ ਬਣਾਣੀ ਹੈ, ਕਿੰਨੇ ਬਣਾਣੀ ਹੈ, ਉਹਨੂੰ ਕੁਝ ਨਹੀਂ ਪਤਾ। ਫਿਰ ਜਾ ਕੇ ਉਹਨਾਂ ਨੂੰ ਕੀ ਕਰਨਾ ਸਟਾਰਟ ਕਰੇਗਾ, ਉਹ ਲਰਨ ਕਰਨਾ ਸ਼ੁਰੂ ਕਰੇਗਾ, ਜੋ ਕਿ ਇੱਕ ਬਹੁਤ ਹੀ ਲੌਂਗ ਤੁਸੀਂ ਕਹਿ ਲਓ ਵੀ ਇੱਕ ਮੈਥਡ ਹੈਗਾ। ਲਰਨ ਕਰੇਗਾ, ਫਿਰ ਕੀ ਕਰੇਗਾ, ਫਿਰ ਆਪਣਾ ਕੀ ਕਰੇਗਾ, ਆਨਸਰ ਰਾਈਟਿੰਗ ਪ੍ਰੈਕਟਿਸ ਸਟਾਰਟ ਕਰੇਗਾ। ਆਨਸਰ ਰਾਈਟਿੰਗ ਪ੍ਰੈਕਟਿਸ ਸਟਾਰਟ ਕਰੇਗਾ। ਇਹ ਇੱਕ ਲੌਂਗ ਟਰਮ ਅਪਰੋਚ, ਲੌਂਗ ਤੁਸੀਂ ਕਹਿ ਲਓਗੇ ਇੱਕ ਟਾਈਮ ਟੇਕਿੰਗ ਅਪਰੋਚ ਹੈ। ਇਹ ਕੀ ਹੈਗਾ, ਇੱਕ ਟਾਈਮ ਟੇਕਿੰਗ ਅਪਰੋਚ ਹੈ। ਟਾਈਮ ਟੇਕਿੰਗ ਅਪਰੋਚ, ਟਾਈਮ ਟੇਕਿੰਗ, ਬਹੁਤ ਸਾਰਾ ਲੰਬਾ ਟਾਈਮ ਲਗਾਤਾ। ਲੇਕਿਨ ਸਾਡੇ ਕੋਲੇ ਸਮਾਂ ਤਾਂ ਹੈ ਨਹੀਂਗਾ। ਟਾਈਮ ਕਿੰਨਾ ਸਾਡੇ ਕੋਲੇ, ਵੱਧ ਤੋਂ ਵੱਧ 3 ਮੰਥ। 3 ਮੰਥ ਮਤਲਬ 90 ਡੇਜ਼, ਸਾਡੇ ਕੋਲੇ ਸਿਰਫ 90 ਡੇਜ਼। ਜਿਹਦੇ ਚੋਂ ਮੰਨ ਲਓ ਵੀ ਤੁਸੀਂ 40 ਡੇਜ਼ ਜਾਂ 50 ਡੇਜ਼ ਵੀ ਅਗਰ ਤੁਸੀਂ ਕਲਾਸਿਸ ਤੇ ਉਹਦੇ ਵਿੱਚ ਨਿਕਾਲਤੇ, ਸਿਰਫ ਕਲਾਸਿਸ ਲਗਾਉਂਦੇ ਲਗਾਉਂਦੇ ਤੇ ਨੋਟਸ ਬਣਾਉਂਦੇ, ਬੁੱਕਸ ਪੜ੍ਹਦੇ ਹੋਏ, ਤਾਂ ਪਿੱਛੇ ਤੁਹਾਡੇ ਕੋਲੇ ਪ੍ਰੈਕਟਿਸ ਵਾਸਤੇ ਬਚਿਆ ਹੀ ਗਿਆ, ਕੁਝ ਵੀ ਨਹੀਂ ਬਚਿਆ ਟਾਈਮ, ਹੈ ਨਾ। ਨੰਬਰ ਤੁਹਾਨੂੰ ਕਿਸ ਬੇਸਿਸ ਤੇ ਮਿਲਣੇ, ਨੰਬਰ ਮਿਲਨੇ ਆ ਪ੍ਰੈਕਟਿਸ ਬੇਸ ਤੇ। ਨੰਬਰ ਕਿਸ ਬੇਸ ਤੇ ਮਿਲਨੇ ਆ, प्रैक्टिस बेस पे। एक है स्मार्ट अप्रोच। स्मार्ट अप्रोच क्या है, स्मार्ट अप्रोच क्या है, सब तो पहला कंटेंट, अपने कंटेंट पे काम करना, मेन्स ਨੂੰ ਧਿਆਨ ਚ ਰੱਖਦੇ ਹੋਏ ਕੰਟੈਂਟ प्रिपरेशन करनी, नोट्स बनाने, शॉर्ट नोट्स बनाना, सो दैट उन जो हो लिख सके। दूसरा काम की करेगा वो, फटाफट मॉडल क्या देखेगा, पीवाईक्यूज देखेगा, पीवाईक्यूज देखेगा, सिलेबस देखेगा, ठीक है, ये पहला आएगा, पीवाईक्यू ਤੇ ਸਿਲੇਬਸ ਦੇਖੇਗਾ ਉਹ फटाफट, ठीक है। फिर वो कंटेंट शॉर्ट नोट्स बनाएगा ਤੇ ਨਾਲ ਦੀ ਨਾਲ ਉਹ ਕੀ ਕਰੇਗਾ, ਆਪਣੀ बस आंसर राइटिंग प्रैक्टिस स्टार्ट कर देगा। क्या कर देगा, आंसर राइटिंग प्रैक्टिस स्टार्ट कर देगा, ठीक है। सब तो पहला की करेगा, सिलेबस देखूगा, पीवाईक्यू देखूगा, उन्होंने एनालाइज करेगा अच्छे तरीके नाल। पीवाईक्यू दी डिटेल एनालिसिस सीरीज मेरी चल रही है, अज सवेरे मेरा सैशन भी गया शाम ਨੂੰ 4 ਵਜੇ, ਤੁਸੀਂ ਉੱਥੋਂ पीवाईक्यू ਜਿਹੜੀ ਹੈਗੀ ਉਹ ਆਪਣੀ डिटेल वे ਦੇ ਵਿੱਚ ਕਰ ਸਕਦੇ ਹਾਂ। ਸਿਲੇਬਸ ਮੈਂ ਆਲਰੇਡੀ डिटेल ਦੇ ਵਿੱਚ ਡਿਸਕਸ ਕਰ ਚੁੱਕੀ ਹਾਂ, ਤੇ ਸਾਰੇ PYQ ਵਿਦ ਟੌਪਿਕ ਜਿਹੜੇ ਹੈਗੇ ਉਹ ਤੁਹਾਨੂੰ ਮੈਂ PDF ਪ੍ਰੋਵਾਈਡ ਕਰਤੀ ਹੈ ਮੇਰੇ ਟੈਲੀਗ੍ਰਾਮ ਚੈਨਲ ਤੇ, ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰਾ ਟੈਲੀਗ੍ਰਾਮ ਚੈਨਲ, ਤੁਹਾਨੂੰ ਪ੍ਰੀਵੀਅਸ ਸੈਸ਼ਨਸ ਦੇ ਅੰਦਰ ਮੇਰੇ ਟੈਲੀਗ੍ਰਾਮ ਦਾ ਲਿੰਕ ਮਿਲ ਜਾਏਗਾ। अच्छा, कंटेंट बनाएगा, देख के अपना प्रिपेयर करेगा रिगार्डिंग मेंस स्पेसिफिक ही अपना कंटेंट देखेगा वो, ਤੇ ਉਹਦੇ ਚੋਂ ਬਣਾਏਗਾ ਸ਼ਾਰਟ ਨੋਟ, ਸੋ ਦੈਟ ਉਹ ਆਪਣੇ ਆਨਸਰ ਰਾਈਟਿੰਗ ਦੇ ਅੰਦਰ ਉਸ ਨੂੰ ਯੂਜ਼ ਕਰ ਸਕੇ, ਮਾਡਲ ਆਨਸਰ ਦੇਖੇਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਸਮਾਰਟ ਅਪਰੋਚ ਹੋਏਗੀ, ਤੇ ਆਨਸਰ ਰਾਈਟਿੰਗ ਪ੍ਰੈਕਟਿਸ ਜਿਹੜੀ ਹੈ ਉਹ ਆਪਣੀ ਡੇ 2 ਡੇ 3 ਤੋਂ ਹੀ ਆਪਣੀ ਸ਼ੁਰੂ ਕਰ ਦੇਗਾ।
डे 1 तो दिमाग च एक चीज क्लीयर होएगी, दैट इज कि माइंडसेट ਉਹਦਾ ਕੀ ਹੋਏਗਾ ਕਿ ਮੈਨੂੰ ਇੱਕ ਅੱਛਾ ਆਨਸਰ ਲਿਖਣਾ ਹੈ, ਮੈਨੂੰ ਇੱਕ ਅੱਛਾ ਆਨਸਰ ਲਿਖਣਾ ਹੈ। ਇਹ ਅਪਰੋਚ ਲੈ ਕੇ ਚਲੇਗਾ, ਨਾ ਕਿ ਉਹ ਇਹ ਦੇਖੇਗਾ ਕਿ ਮੈਂ ਕਿੰਨੇ ਨੋਟਸ ਪੜ੍ਹ ਲਏ, ਮੈਂ ਕਿੰਨੀਆਂ ਬੁੱਕਸ ਪੜ੍ਹ ਲੀਆਂ, ਮੈਂ ਕਿੱਥੋਂ ਕੀ ਇਕੱਠਾ ਕਰ ਲਿਆ, ਨਹੀਂ। ਓਕੇ, ਠੀਕ ਹੈ। ਸੋ ਦਿਸ ਇਜ਼ ਦਾ ਸਮਾਰਟ ਅਪਰੋਚ। ਸੋ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਕਿਸ ਕੈਟੇਗਰੀ ਦੇ ਵਿੱਚ ਲਾਈ ਕਰਦੇ ਹੈਗੇ ਹੋ, ਠੀਕ ਹੈ। ਜਿਹੜੇ ਇੱਧਰ ਫਰੈਸ਼ਰ ਵਾਲੇ ਹੋਣਗੇ ਇੱਥੇ ਇਹ ਵੇਟ ਵੀ ਕਰਨਗੇ, ਇਹ ਜੇ ਰਿਜ਼ਲਟ ਦੀ ਵੇਟ ਕਰਨਗੇ, ਦੇਖਣਗੇ ਕਿੰਨੀ ਕੱਟ ਆਫ ਜਾ ਰਹੀ ਹੈ, ਕਿਆ ਕੁਝ ਬਹੁਤ ਕੁਝ ਕਰਨਗੇ, ਇਹਦੇ ਚ ਬਹੁਤ ਸਾਰਾ ਟਾਈਮ ਨਿਕਲ ਜਾਏਗਾ। ਇੱਥੇ ਇੱਕ ਸਮਾਰਟ ਸਟ੍ਰੈਟਜੀ ਦੇ ਨਾਲ, ਐਫੀਸ਼ੀਐਂਟ ਵੇ ਦੇ ਨਾਲ ਇੱਥੇ ਪ੍ਰਿਪਰੇਸ਼ਨ ਹੋ ਰਹੀ ਹੈ ਤੁਹਾਡੀ, ਰਾਈਟ। ਕਲੀਅਰ ਹੈ ਸਟੂਡੈਂਟ? ਓਕੇ ਜੀ, ਚਲੋ ਅੱਗੇ ਚੱਲਦੇ ਹਾਂ ਨੈਕਸਟ ਵਨ। ਅੰਡਰਸਟੈਂਡਿੰਗ ਪੀਸੀਐਸ ਮੇਨਸ। ਯਾਦ ਰੱਖੋ ਸਟੂਡੈਂਟ, 7 ਤੁਹਾਡੇ ਪੇਪਰਸ ਨੇ, ਐਨਾਲਿਟੀਕਲ ਬੇਸਡ ਇੱਕ ਅਪਰੋਚ ਹੋਣੀ ਚਾਹੀਦੀ ਹੈ ਤੁਹਾਡੀ, ਮਲਟੀ ਡਾਇਮੈਂਸ਼ਨਲ ਅਪਰੋਚ ਹੋਣੀ ਚਾਹੀਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ, ਕਲੈਰਿਟੀ ਹੋਣੀ ਚਾਹੀਦੀ ਹੈ ਤੁਹਾਡੇ ਮਾਈਂਡ ਦੇ ਅੰਦਰ ਕਿ ਤੁਸੀਂ ਪ੍ਰਿਪਰੇਸ਼ਨ ਕਿਸ ਤਰੀਕੇ ਨਾਲ ਕਰਨੀ ਹੈ ਆਪਣੀ, ਠੀਕ ਹੈ। ਲਾਈਕ ਸਭ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈਗਾ, ਸਭ ਤੋਂ ਪਹਿਲਾਂ ਕੀ ਚਾਹੀਦਾ ਬਈ, ਸਭ ਤੋਂ ਪਹਿਲਾਂ ਚਾਹੀਦਾ ਤੁਹਾਡਾ ਕੰਟੈਂਟ, ਹੈ ਨਾ। ਕੰਟੈਂਟ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਤੁਹਾਡੇ ਕੋਲੇ, ਜੋ ਕਿ ਅਸੀਂ ਤੁਹਾਨੂੰ ਡਿਊਰਿੰਗ ਆਵਰ ਕਲਾਸਿਸ, ਡਿਊਰਿੰਗ ਯੂਅਰ ਪ੍ਰਿਪਰੇਸ਼ਨ ਅਸੀਂ ਖੁਦ ਤੁਹਾਨੂੰ ਪ੍ਰੋਵਾਈਡ ਕਰਾਂਗੇ। ਦੂਸਰੀ ਚੀਜ਼ ਕੀ ਸਭ ਤੋਂ ਇੰਪੋਰਟੈਂਟ ਹੈ, PYQ ਐਨਾਲਿਸਿਸ, PYQ ਐਨਾਲਿਸਿਸ ਜੋ ਕਿ ਇਹਦੀਆਂ ਕਲਾਸਿਸ ਜਿਹੜੀਆਂ ਨੇ ਉਹ ਆਪਣੀਆਂ ਚੱਲ ਪਈਆਂ ਨੇ, ਠੀਕ ਹੈ। ਫਿਰ ਕੀ ਹੈ, ਤੁਹਾਡੇ ਸ਼ਾਰਟ ਨੋਟਸ ਜਿੱਥੋਂ ਤੁਸੀਂ ਕੰਟੈਂਟ ਯੂਜ਼ ਕਰੋਗੇ, ਸ਼ਾਰਟ ਨੋਟਸ, ਚਾਹੇ ਫਿਰ ਉਹ ਕਰੰਟ ਅਫੇਅਰਸ ਦੇ ਨੇ, ਚਾਹੇ ਫਿਰ ਤੁਹਾਡਾ ਕਰੰਟ ਅਫੇਅਰਸ ਹੈ, ਸਟੈਟ ਹੈ, ਤੁਹਾਡੀ ਮੇਨਸ ਦੀ ਤੁਹਾਨੂੰ ਪ੍ਰੈਕਟਿਸ ਹੀ ਸਟੂਡੈਂਟ ਡਿਸਾਈਡ ਕਰੇਗੀ ਕਿ ਤੁਹਾਡੇ ਮੇਨਸ ਦੇ ਅੰਦਰ ਕਿੰਨੇ ਨੰਬਰ ਆਣਗੇ। ਜਿੰਨਾ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਸਟੂਡੈਂਟ ਤੁਸੀਂ ਕੀ ਕਰੋਗੇ, ਅੱਛਾ ਪਰਫਾਰਮ ਕਰੋਗੇ ਮੇਨਸ ਦੇ ਅੰਦਰ, ਰਾਈਟ। ਕਲੈਰਿਟੀ ਹੋਣੀ ਚਾਹੀਦੀ ਹੈ ਤੁਹਾਡੇ ਕਨਸੈਪਟਸ ਦੇ ਅੰਦਰ, ਡੈਪਥ ਹੋਣੀ ਚਾਹੀਦੀ ਹੈ, ਬੈਲੈਂਸ ਹੋਣਾ ਚਾਹੀਦਾ। ਇਹ ਨਹੀਂ ਕਿ ਅਗਰ ਤੁਸੀਂ ਕ੍ਰਿਟਿਸਿਜ਼ਮ ਕਰਨ ਲੱਗੇ ਸਿਰਫ ਕ੍ਰਿਟਿਸਾਈਜ਼ ਹੀ ਕਰੇ ਜਾ ਰਹੇ ਹੋ ਗਵਰਨਮੈਂਟ ਗਵਰਨੈਂਸ ਦੇ ਬੇਸ ਤੇ, ਅਗਰ ਕੁਐਸਚਨ ਹੈ ਇਸ ਤਰੀਕੇ ਨਾਲ, ਨਹੀਂ। ਇੱਕ ਬੈਲੈਂਸ ਅਪਰੋਚ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ। ਕੁਐਸਚਨ ਦੇ ਅੰਦਰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਿਰਫ ਸਟੈਟਿਕ ਪੋਰਸ਼ਨ ਹੀ ਕਵਰ ਕੀਤਾ, ਕਰੰਟ ਤੋਂ ਉੱਥੇ ਕੋਈ ਲਿੰਕੇਜ ਨਹੀਂ ਕੀਤਾਗਾ, ਨਹੀਂ, ਠੀਕ ਹੈ। ਸੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈਗਾ ਬਿਲਕੁਲ। ਨੈਕਸਟ ਕਿਆ ਹੈ ਸਟੂਡੈਂਟ, ਨੋ ਦਾ ਸਿਲੇਬਸ। ਸਿਲੇਬਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਯਾਰ ਸਾਡਾ ਸਿਲੇਬਸ ਕੀ ਹੈ, ਜੀਐਸ ਪੇਪਰ 1, ਜੀਐਸ ਪੇਪਰ 2, 3, 4, ਮਤਲਬ ਅਗਰ ਰਾਤ ਨੂੰ ਵੀ ਮੈਂ ਤੁਹਾਨੂੰ ਉਠਾ ਕੇ ਪੁੱਛ ਲਵਾਂ ਕਿ ਹਾਂਜੀ ਸਿਲੇਬਸ ਦੇ ਵਿੱਚ ਕੀ ਆਏਗਾ, ਜੀਐਸ ਪੇਪਰ 1 ਚ ਕੀ ਹੈ, 2 ਚ ਕੀ ਹੈ, 3 ਚ ਕੀ ਹੈ, 4 ਚ ਕੀ ਹੈ, ਤੁਹਾਨੂੰ ਪੂਰਾ ਡਿਟੇਲ ਪਤਾ ਹੋਣੀ ਚਾਹੀਦੀ, ਇੱਕ ਇੱਕ ਲਾਈਨ ਤੁਹਾਨੂੰ ਪਤਾ ਹੋਣੀ ਚਾਹੀਦੀ, ਠੀਕ ਹੈ। ਸਮਾਰਟ ਸਟੱਡੀ ਪਲਾਨ ਹੋਣਾ ਚਾਹੀਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੌਂਗ ਟਰਮ ਮੇਰਾ ਕੀ ਪਲਾਨ ਹੈ, ਸ਼ਾਰਟ ਟਰਮ ਮੇਰਾ ਕੀ ਪਲਾਨ ਹੈ, ਅੱਜ ਮੈਂ ਕੀ ਕਰਨਾ ਹੈ, ਹਫਤੇ ਬਾਅਦ ਮੈਂ ਕੀ ਕਰਨਾ ਹੈ, ਤੇ ਇੱਕ ਮੰਥ ਬਾਅਦ ਮੈਂ ਕੀ ਕਰਨਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਰ ਅੱਜ ਤੁਹਾਨੂੰ ਪਤਾ ਹੈ ਕਿ ਹਾਂਜੀ ਮੈਂ ਅੱਜ ਕਲਾਸਿਸ ਲਗਾਣੀ ਹੈ, ਕੰਟੈਂਟ ਪ੍ਰਿਪੇਅਰ ਕਰਨਾ ਹੈ, ਪਲੱਸ ਆਪਣੇ 2-2 ਕੁਐਸਚਨ ਰੋਜ਼ ਪ੍ਰੈਕਟਿਸ ਕਰਨੀ ਹੈ, ਇਹ ਤੁਹਾਡੀ ਕੀ ਸ਼ਾਰਟ ਟਰਮ ਸਟ੍ਰੈਟਜੀ ਹੈ। ਲੌਂਗ ਟਰਮ ਸਟ੍ਰੈਟਜੀ ਕੀ ਹੋ ਸਕਦੀ ਹੈ ਕਿ ਮੈਂ ਜਿਹੜਾ ਕੰਟੈਂਟ ਪ੍ਰਿਪੇਅਰ ਕੀਤਾ ਹੈ ਉਸਨੂੰ ਮੈਂ ਮੰਥਲੀ ਵਾਈਜ਼, ਵੀਕਲੀ ਵਾਈਜ਼ ਮੈਂ ਰਿਵਾਈਜ਼ ਕਰਨਾ ਹੈ, ਤੇ ਆਪਣੇ ਨੰਬਰ ਆਫ ਕੁਐਸਚਨਸ ਜਿਹੜੇ ਨੇ ਉਹ ਮੈਂ ਜ਼ਿਆਦਾ ਕਰਦੇ ਜਾਣਾ ਹੈ, ਇਨਕਰੀਜ਼ ਕਰਦੇ ਜਾਣਾ ਹੈ, ਪ੍ਰੈਕਟਿਸ ਇਨਕਰੀਜ਼ ਕਰਦੀ ਜਾਣਾ ਹੈ। ਸਟਾਰਟਿੰਗ 'ਚ ਮੈਂ PYQ ਲਗਾਣੀ ਹੈਗੀ ਹੈ, ਫਿਰ ਮੈਂ ਆਪਣੇ ਟੈਸਟ ਲਗਾਣੀ ਹੈ ਸੈਕਸ਼ਨਲ ਵਾਈਜ਼, ਰਾਈਟ। ਯੈਸ ਔਰ ਨੋ। ਆਂਸਰ ਰਾਈਟਿੰਗ ਪ੍ਰੈਕਟਿਸ, ਡੇਲੀ ਟਾਰਗੇਟਸ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਮੈਂ ਕੀ ਕੁਛ ਕਰਨਾ ਹੈਗਾ। ਅਗਰ ਤੁਹਾਨੂੰ ਪਤਾ ਹੈ ਕਿ ਹਾਂਜੀ ਅੱਜ ਮੈਂ ਕਲਾਸ ਲਗਾਣੀ ਹੈ, ਨੋਟਸ ਬਣਾਉਣੇ ਹੈ, ਕਰੰਟ ਅਫੇਅਰਸ ਪੜ੍ਹਨੇ ਹੈਗੇ ਹੈ, ਉਹਨਾਂ ਨੂੰ ਮੈਂ ਸ਼ਾਰਟ ਨੋਟਸ ਕਨਵਰਟ ਕਰਨੇ ਹੈਗੇ ਹੈ, ਠੀਕ ਹੈ, ਪਲੱਸ ਮੈਂ 2 ਆਂਸਰ ਜਿਹੜੇ ਨੇ ਉਹ ਲਿਖ ਕੇ ਦੇਖਣੇ ਹੈਗੇ ਆ। ਸੋ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈਗੀ ਕਿ ਹਾਂ ਇਹ ਮੇਰਾ ਡੇਲੀ ਦਾ ਰੂਟੀਨ ਹੈ। ਸੋਰਸਿਸ ਜਿੰਨਾ ਮੈਂ ਪ੍ਰੀਲਿਮਸ ਦੇ ਅੰਦਰ ਤੇ ਮੇਨਸ ਦੇ ਅੰਦਰ ਇੱਕ ਚੀਜ਼, ਇੱਕ ਕਾਮਨ ਅਪਰੋਚ ਹੈ, ਦੈਟ ਇਜ਼ ਤੁਹਾਡੇ ਰਿਸੋਰਸਿਸ ਬਹੁਤ ਹੀ ਲਿਮਿਟਿਡ ਹੋਣੇ ਚਾਹੀਦੇ ਹੈ। ਰਿਵਾਈਜ਼ them ਮਲਟੀਪਲ ਟਾਈਮਸ, ਠੀਕ ਹੈ। ਲਿਮਿਟਿਡ ਸਟੈਂਡਰਡ ਬੁੱਕਸ ਤੁਸੀਂ ਪੜ੍ਹਨੀਆਂ ਨੇ, ਅਵੋਇਡ ਬਹੁਤ ਸਾਰੇ ਜਿਹੜੇ ਹੈ ਮਲਟੀ ਡਾਇਮੈਂਸ਼ਨਲ ਜਿਹੜੇ ਸੋਰਸਿਸ ਹੁੰਦੇ ਆ ਵੀ ਉੱਥੋਂ ਨੋਟਸ ਚੱਕ ਲਏ, ਉਸ ਕੋਚਿੰਗ ਸੈਂਟਰ ਦੇ ਚੱਕ ਲਏ, ਫਲਾਣੇ ਟੋਪਰ ਦੇ ਨੋਟਸ ਚੱਕ ਲਏ, ਠੀਕ ਹੈ, ਫਲਾਣੇ ਫਰੈਂਡ ਦੇ ਨੋਟਸ ਲੈ ਆਂਦੇ, ਨਹੀਂ ਪਲੀਜ਼ ਇਹ ਤੁਸੀਂ ਇੱਥੇ ਬਰਡਨ ਨਾ ਬਣਾਓ ਆਪਣੇ ਉੱਪਰ। ਜਿੰਨਾ ਜ਼ਿਆਦਾ ਤੁਹਾਡੇ ਕੋਲੇ ਕੰਟੈਂਟ ਹੋਏਗਾ ਓਨਾ ਜ਼ਿਆਦਾ ਤੁਹਾਡਾ ਕੀ ਹੁੰਦੇ ਜਾਓਗੇ, ਤੁਸੀਂ ਕਨਫਿਊਜ਼ ਹੁੰਦੇ ਜਾਓਗੇ, ਓਨਾ ਜ਼ਿਆਦਾ ਸਟੂਡੈਂਟ ਓਵਰਲੋਡ ਹੁੰਦੇ ਜਾਓਗੇ। ਆਂਸਰ ਰਾਈਟਿੰਗ ਪ੍ਰੈਕਟਿਸ ਦੇ ਲਈ ਮੈਂ ਇੱਥੇ ਸਿਰਫ ਇੱਕ ਗੱਲ ਬੋਲੂੰਗੀ ਰਾਜੇ, ਦੈਟ ਇਜ਼ ਰੈਗੂਲਰ ਪ੍ਰੈਕਟਿਸ। ਅਗਰ ਤੁਸੀਂ ਇਹ ਸੋਚ ਲਿਆ ਵੀ ਮੈਂ 5 ਦਿਨ ਪ੍ਰੈਕਟਿਸ ਕਰ ਲਵਾਂ, ਫਿਰ ਅਗਲੇ 10 ਦਿਨਾਂ ਤੱਕ ਮੈਂ ਕੁਝ ਹੋਰ ਦੇਖੂੰਗਾ, ਜਾਂ ਮੈਂ ਪ੍ਰੈਕਟਿਸ ਹੀ ਨਹੀਂ ਕਰੂੰਗਾ, ਅੱਜ ਮੈਂ ਇੱਕ ਕੁਐਸਚਨ ਪ੍ਰੈਕਟਿਸ ਕੀਤਾ, ਕੱਲ ਨੂੰ ਮੈਂ 10 ਕਰੂੰਗਾ, ਅਗਲੇ ਦਿਨ ਮੈਂ ਕੋਈ ਨਹੀਂ ਕਰੂੰਗਾ, ਇਰਰੈਗੂਲਰਿਟੀ ਇੱਥੇ ਕੰਮ ਨਹੀਂ ਕਰੇਗੀ। ਮੇਨਸ ਦੀ ਦੋ ਹੀ ਕੀ ਨੇ ਸਟੂਡੈਂਟ, ਸਕਸੈਸ ਕੀ ਦੋ ਹੀ ਨੇ, ਪਹਿਲਾ ਕੰਸਿਸਟੈਂਸੀ,
ਤੇ ਦੂਸਰਾ ਪ੍ਰੈਕਟਿਸ। ਪ੍ਰੈਕਟਿਸ ਮੇਕਸ ਯੂ ਪਰਫੈਕਟ। ਕੰਸਿਸਟੈਂਸੀ ਜਿਹੜੀ ਹੈ ਉਹ ਤੁਹਾਡੇ ਅੰਦਰ ਕਲੈਰਿਟੀ ਆਫ ਥਾਟਸ ਲੈ ਕੇ ਆਏਗੀ। ठीक है जी, ओके। इंटर बॉडी कंक्लूजन, एड्रेस डिमांड क्वेश्चन, सिंपल फॉरवर्ड, ठीक है। सिंपल थोड़े लाइक ਉਹਦੇ ਅੰਦਰ ਫਲੋ ਚਾਰਟਸ ਯੂਜ਼ ਕਰੋ, ਡਾਇਗਰਾਮਸ ਬਣਾਓ, ਠੀਕ ਹੈ। ਜੋ ਕੁਐਸਚਨ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਉਸਨੂੰ ਐਡਰੈਸ ਕਰੋ। ਕੁਐਸਚਨ ਦੇ ਅੰਦਰ ਮੰਨ ਲਓ ਗਵਰਨੈਂਸ ਦੇ ਅੰਦਰ ਗੱਲ ਕੀਤੀ ਗਈ, ਗਵਰਨੈਂਸ ਤੇ ਗੱਲ ਕੀਤੀ ਗਈ ਹੈ, ਮਾਡਰਨ ਏਆਈ ਟੈਕਨੋਲੋਜੀਜ਼ ਤੇ ਗੱਲ ਕੀਤੀ ਗਈ ਹੈ, ਡੇਟਾਬੇਸ ਤੇ ਕੋਈ ਕੁਐਸਚਨ ਹੈ, ਸਾਇੰਟਿਫਿਕ ਮੈਥਡਸ ਤੇ ਕੁਐਸਚਨ ਹੈ, ਸਾਇੰਟਿਫਿਕ ਰਿਸਰਚ ਤੇ ਕੋਈ ਕੁਐਸਚਨ ਹੈ, ਡਿਫੈਂਸ, ਜੋ ਵੀ ਮਾਡਰਨ ਅਪਰੋਚ ਨੇ ਉਹਨਾਂ ਨੂੰ ਤੁਸੀਂ ਇੱਥੇ ਯੂਜ਼ ਕਰੋ, राइट, ओके। ਉਹੀ ਕਿਸੇ ਪਿਟ एग्जांपल्स नहीं सेट करनेगे, ओके। समझ आई, क्लियर है स्टूडेंट्स, ओके, ठीक है। नेक्स्ट वन, टाइम मैनेजमेंट करनी ਤੁਸੀਂ ਤੇ ਜ਼ਰੂਰ ਸਿੱਖਣੀ ਹੈਗੀ ਹੈ। ਹੌਲੀ ਹੌਲੀ ਗ੍ਰੈਜੂਅਲੀ ਤੁਸੀਂ ਆਪਣੀ ਸਪੀਡ ਵਧਾਣੀ ਹੈਗੀ ਹੈ ਸਟੂਡੈਂਟ, ਸੋ ਦੈਟ ਤੁਸੀਂ ਟਾਈਮਲੀ ਆਪਣਾ ਕੁਐਸਚਨ ਕੰਪਲੀਟ ਕਰ ਸਕੋ। ਇੱਕ ਕੁਐਸਚਨ ਤੇ 7 ਤੋਂ 8 ਮਿੰਟ ਤੋਂ ਵੱਧ ਟਾਈਮ ਨਹੀਂ ਜਾਣਾ ਚਾਹੀਦਾ ਹੈਗਾ। ਅਗਰ ਕੁਐਸਚਨ ਸ਼ਾਰਟ ਹੈ ਤਾਂ ਤੁਹਾਡਾ ਟਾਈਮ ਵੀ ਰਿਡਿਊਸ ਹੋ ਜਾਣਾ ਚਾਹੀਦਾ ਹੈਗਾ। समझ आई, ओके। छोटा क्वेश्चन है तो डेफिनेटली तुसी टाइम कट लो। अगर मान लो उसने शॉर्ट नोट पूछा होया तो 3 to 4 मिनट्स थोड़े इनफ नहीं, इस तो ज़्यादा तुसी टाइम नहीं लोगे, ठीक है। सारे क्वेश्चन अटैम्प्ट करने की ट्राई करो। मान लो तुहाडे कोल टेस्ट आए, तुसी सारे क्वेश्चन अटैम्प्ट करो। स्पीड इंक्रीज रखो, तुहाडी स्पीड हौली हौली इंक्रीज होनी चाहिए ग्रैजुअली। समझ आई, ठीक है जी, ओके। रिवीजन स्ट्रैटेजी, रिवीजन जिहड़ी है मल्टीपल टाइम्स रिवाइज करो। थोड़ा पढ़ो बट अच्छे तरीके नाल पढ़ो। तुसी अगर मान लो तुसी जोग्राफी पढ़ी है, ਉਹਦੇ ਤੋਂ ਰਿਲੇਟਡ ਕੁਝ ਟੌਪਿਕਸ ਪੜ੍ਹੇ ਨੇ, ਉਹਨਾਂ ਨੂੰ ਬਾਰ-ਬਾਰ ਰਿਵਾਈਜ਼ ਕਰੋ। ਜਿੱਦਾਂ ਅੱਜ ਮੈਂ PYQ ਦੇ ਅੰਦਰ ਜਦੋਂ ਮੈਂ ਸਮਝਾ ਰਹੀ ਸੀ, ਲਾਈਕ ਲੈਂਡਸਲਾਈਡ ਪੜ੍ਹ ਰਹੀ ਸੀਗੀ, ਲੈਂਡਸਲਾਈਡ ਤੇ ਮੈਂ ਕੁਐਸਚਨ ਕਰਵਾ ਰਹੀ ਸੀ। ਹੁਣ ਮੰਨ ਲਓ ਤੁਹਾਡੇ ਸਾਹਮਣੇ ਲੈਂਡਸਲਾਈਡ ਦਾ ਕੁਐਸਚਨ ਆ ਗਿਆ, ਹੁਣ ਤੁਸੀਂ ਸਿਰਫ ਲੈਂਡਸਲਾਈਡ ਬਾਰੇ ਹੀ ਨਹੀਂ ਪੜ੍ਹਨਾ, ਜੋ ਡਿਜ਼ਾਸਟਰ ਹੈ, ਡਿਜ਼ਾਸਟਰ ਮੈਨੇਜਮੈਂਟ ਹੈ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਪੜ੍ਹੋ। ਉੱਥੇ ਦੇ ਉੱਤੇ ਕਰੰਟ ਨਾਲ ਲਿੰਕ ਕਰਨ ਦੀ ਟਰਾਈ ਕਰੋ। ਜੋ ਵੀ ਤੁਹਾਡੇ ਕੋਲੇ ਕਰੰਟ ਅਫੇਅਰਸ ਪੜ੍ਹੇ ਨੇ ਉਹਦੇ ਚੋਂ ਨੋਟਸ ਉਠਾਓ, ਉਹਨੂੰ ਬਣਾਓ, ਨੋਟ ਡਾਊਨ ਕਰੋ, ਸੋ ਦੈਟ ਤੁਹਾਡੇ ਕੋਲ ਇੱਕ ਸਟਰਕਚਰਡ ਵੇ ਦੇ ਵਿੱਚ ਤੁਹਾਡੇ ਕੋਲੇ ਨੋਟਸ ਆਣ, ਇੱਕ ਹੋਲਿਸਟਿਕ ਵੇ ਨਾਲ ਤੁਹਾਡੇ ਨੋਟਸ ਪ੍ਰਿਪੇਅਰ ਹੋਣ, ਸੋ ਦੈਟ ਤੁਸੀਂ ਉੱਥੋਂ ਮੈਕਸਿਮਮ ਐਗਜ਼ਾਮਪਲ ਸੈੱਟ ਕਰ ਸਕੋ। ਸਮਝ ਆਈ। ਮਲਟੀਪਲ ਰਿਵੀਜ਼ਨਸ, ਵੀਕਲੀ ਤੇ ਮੰਥਲੀ ਕਰੰਟ ਅਫੇਅਰਸ ਜ਼ਰੂਰ ਹੋਣਾ ਚਾਹੀਦਾ ਤੁਹਾਡਾ, ਠੀਕ ਹੈ। ਸਮਝ ਆਈ, क्लियर है जी। टेस्ट सीरीज का स्टूडेंट जिंद जान है। मेन्स का क्लियर हो ही नहीं सकता विदाउट टेस्ट सीरीज। तुसी इसनू इमेजिन भी नहीं कर सकते गे। टेस्ट सीरीज बहुत जरूरी है स्टूडेंट। अगर तुहाडे कोले कंटेंट नहीं है, क्रैश कोर्स परचेज कर लो, फास्ट रिवीजन बैच लो, सो दैट तुसी फटाफट आपदा कंटेंट रेडी कर सको उथों, ठीक है। स्ट्रक्चर टाइमली इंप्रूव करो, डीप एनालिसिस करो, जो भी थोड़ी फीडबैक्स ने। इदा नहीं होना चाहिए है कि ਤੁਸੀਂ ਜਿਹੜਾ ਹੈਗਾ ਵੀ ਆਨਸਰ ਕਾਪੀਰਾਈਟ ਤੁਹਾਡੇ ਕੋਲੇ ਚੈੱਕ ਹੋ ਕੇ ਆਈ, ਕਾਪੀ ਆਈ ਤੁਹਾਡੇ ਕੋਲੇ, ਉਹਦੇ 'ਚ ਤੁਸੀਂ ਦੇਖਿਆ ਵੀ ਹਾਂ ਵੀ 250 ਚੋਂ ਮੈਨੂੰ ਨੰਬਰ ਮਿਲੇ ਹੈਗੇ 110, ਚਲੋ ਵੀ ਵਧੀਆ ਨੰਬਰ ਹੈ, ਚਲੋ ਬੰਦ ਕਰ ਦਿਓ। ਨਹੀਂ, ਪੂਰਾ ਉਸ ਕੁਐਸਚਨ ਨੂੰ ਐਨਾਲਾਈਜ਼ ਕਰੋ ਕਿ ਐਗਜ਼ਾਮੀਨਰ ਨੇ ਜਾਂ ਜਿਸਨੇ ਵੀ ਉਹ ਕਾਪੀ ਇਵੈਲੂਏਟ ਕੀਤੀ ਹੈਗੀ ਹੈ, ਉਸਨੇ ਕਿੱਥੇ ਕਿਵੇਂ ਮਿਸਟੇਕ ਨਿਕਾਲੀ ਹੈ, ਕਿਉਂ ਨਿਕਾਲੀ ਹੈ, ਕੀ ਇਹਦੇ ਵਿੱਚ ਇੰਪਰੂਵਮੈਂਟ ਹੋਣੀ ਚਾਹੀਦੀ ਸੀ। ਅਗਰ ਉਸਨੇ ਲਿਖਿਆ ਹੈ ਕਿ ਇੰਟਰੋ ਤੁਹਾਡੀ ਸਹੀ ਨਹੀਂ ਹੈ, ਪਲੀਜ਼ ਉਸਨੂੰ ਰਿਵਿਊ ਕਰੋ, ਉਸਨੂੰ ਦੇਖੋ ਕਿ ਮੈਂ ਇੰਟਰੋ ਕਿਵੇਂ ਬੈਟਰ ਕਰ ਸਕਦਾ ਹਾਂ। ਅਗਰ ਤੁਸੀਂ ਉੱਥੇ ਐਗਜ਼ਾਮਪਲ ਸੈੱਟ ਨਹੀਂ ਕੀਤੇ, ਉਸਨੇ ਲਿਖ ਰੱਖਿਆ ਹੈ, ਮਤਲਬ ਜੋ ਵੀ ਉਹ ਉੱਥੇ ਵਿਊ ਦੇ ਰਿਹਾ ਹੈਗਾ, ਜੋ ਵੀ ਰਿਵਿਊ ਦੇ ਰਿਹਾ ਹੈਗਾ, ਪਲੀਜ਼ ਉਹਨਾਂ ਰਿਵਿਊਜ਼ ਨੂੰ ਤੁਸੀਂ ਬਾਰ-ਬਾਰ ਪੜੋ, ਠੀਕ ਹੈ। ਅਗਰ ਮੰਨ ਲਓ ਹਰ ਵਾਰੀ ਤੁਹਾਡੇ ਰਿਵਿਊ ਦੇ ਅੰਦਰ ਕੋਈ ਕਾਮਨ ਮਿਸਟੇਕ ਹੈਗੀ ਹੈ ਜੋ ਤੁਸੀਂ ਬਾਰ-ਬਾਰ ਕਰ ਰਹੇ ਹੈਗੇ ਹੋ, ਪਲੀਜ਼ ਉਸਨੂੰ ਸੁਧਾਰਨ ਦੀ ਟਰਾਈ ਕਰੋ, ਸੋ ਦੈਟ ਨੈਕਸਟ ਟਾਈਮ ਤੁਹਾਡੇ ਕੋਲੇ ਉਹ ਰਿਵਿਊ ਨਾ ਆਵੇ। समझ आई, क्लियर है, ओके, ठीक है, ठीक है, ओके। सो फाइनल मंत्रा की है, फाइनल मंत्रा मैं तुहानू दसदा कंसिस्टेंसी, डिसिप्लिन, प्रैक्टिस, ठीक है। ते हमेशा स्टूडेंट काम रहना है, शांत रहना है, ते जो भी तुसी पढ़ रहे हैं ਉਹਦੇ ਉੱਪਰ कॉन्फिडेंस रखो। सैल्फ कॉन्फिडेंस होना बहुत जरूरी है। ਆਪਣੇ ਆਪ ਨੂੰ ਮੋਟੀਵੇਟ ਕਰੋ, ਆਪਣੇ ਫਰੈਂਡਸ ਨਾਲ ਗੱਲ ਕਰੋ, ਟੀਚਰਸ ਨਾਲ, ਖਾਸ ਕਰਕੇ ਮੇਨਸ ਦੀ ਪ੍ਰਿਪਰੇਸ਼ਨ ਦੇ ਟਾਈਮ ਤੇ ਟੀਚਰਸ ਬਹੁਤ ਤੁਹਾਡਾ ਇੱਕ ਬਹੁਤ ਅਹਿਮ ਰੋਲ ਪਲੇ ਕਰਦੇ ਆ। ਟੀਚਰਸ ਨਾਲ ਟਾਈਮਲੀ ਤੁਸੀਂ ਕਨਵਰਸੇਸ਼ਨ ਕਰੋ, ਠੀਕ ਹੈ ਜੀ, ਓਕੇ। ਉਹ ਤੁਹਾਨੂੰ ਬੜੀਆ ਫੀਡਬੈਕ ਦੇਣਗੇ, ਤੁਹਾਨੂੰ ਗਾਈਡ ਕਰਨਗੇ, ਠੀਕ ਹੈ। ਤੇ ਆਪਣੀ ਪ੍ਰਿਪਰੇਸ਼ਨ ਤੇ ਹਮੇਸ਼ਾ ਇੱਕ ਟਰਸਟ ਬਣਾਏ ਰੱਖੋ, ਠੀਕ ਹੈ ਜੀ। ਸੋ ਇਹ ਸੀ ਸਟੂਡੈਂਟ ਇੱਕ ਅਪਰੋਚ, ਰਾਈਟ ਅਪਰੋਚ ਮੇਰੀ ਤਰਫ ਤੋਂ, ਇੱਕ ਸਟ੍ਰੈਟਜੀ ਤੁਹਾਡੇ ਲਈ। ਮੈਂ ਹੀ ਸਟ੍ਰੈਟਜੀ ਸਟੂਡੈਂਟ ਦੇਖੋ, ਇੱਕ ਮੈਂ ਨਾ ਦੋ ਤਰੀਕੇ ਦੀ ਸਟ੍ਰੈਟਜੀ ਦਿੰਦੀ ਹਾਂ ਹਮੇਸ਼ਾ ਸਟੂਡੈਂਟਸ ਨੂੰ। ਇੱਕ ਹੁੰਦੀ ਹੈ ਇੱਕ ਕਾਮਨ ਸਟ੍ਰੈਟਜੀ ਜੋ ਸਭ ਦੇ ਉੱਪਰ ਅਪਲਾਈ ਹੋ ਰਹੀ ਹੁੰਦੀ ਹੈ, ਇੱਕ ਹੁੰਦੀ ਹੈ ਇੰਡੀਵਿਜੂਅਲ ਸਟ੍ਰੈਟਜੀ। ਇੰਡੀਵਿਜੂਅਲ ਸਟ੍ਰੈਟਜੀ ਕੀ ਹੁੰਦੀ ਹੈ,
ਕਿ ਪਰਸਨ ਟੂ ਪਰਸਨ ਡਿਪੈਂਡ ਕਰ ਰਹੀ ਹੈਗੀ ਅਕੋਰਡਿੰਗ ਟੂ ਸਿਚੁਏਸ਼ਨਸ। ਹੁਣ ਹਰ ਇੱਕ ਬੰਦੇ ਦੀ ਸਿਚੁਏਸ਼ਨ ਅਲੱਗ ਹੈਗੀ ਹੈ, ਕੋਈ ਜੌਬ ਵਾਲਾ ਹੈ, ਕੋਈ ਕਾਰਬਨ ਹਾਊਸ ਵਾਈਫ ਹੈ, ਕੋਈ ਉਹਦਾ ਕੋਈ ਬਿਜ਼ਨਸ ਹੈ, ਠੀਕ ਹੈ, ਕੋਈ ਫਰੈਸ਼ਰ ਹੋ ਸਕਦਾ ਹੈ, ਕੋਈ ਗ੍ਰੈਜੂਏਸ਼ਨ ਤੋਂ ਬਾਅਦ ਵਾਲਾ ਪਰਸਨ ਹੋ ਸਕਦਾ ਹੈ ਕਿਸੇ ਨੇ ਯੂਪੀਐਸਸੀ ਦਾ ਆਲਰੇਡੀ ਮੇਨਸ ਲਿਖਿਆ ਹੋਵੇ, ਹੋ ਸਕਦਾ ਹੈ ਕਿਸੇ ਹੋਰ ਸਟੇਟ ਪੀਸੀਐਸ ਦਾ ਉਸਨੇ ਮੇਨਸ ਲਿਖਿਆ ਹੋਵੇ। ਸੋ ਇੱਥੇ ਬਹੁਤ ਸਾਰੇ ਮਲਟੀਪਲ ਮਤਲਬ ਇੱਥੇ ਵੇਰੀਏਸ਼ਨਸ ਆ ਜਾਂਦੀਆਂ ਨੇ, ਤੇ ਸਭ ਦੀਆਂ ਹੁਣ ਅਲੱਗ-ਅਲੱਗ ਸਟ੍ਰੈਟੇਜੀਜ਼ ਨੇ ਇੱਥੇ। ਇੱਕ ਹੁੰਦੀ ਸਟੂਡੈਂਟ ਕਾਮਨ ਸਟ੍ਰੈਟਜੀ ਜੋ ਸਭ ਦੇ ਉੱਪਰ ਅਪਲਾਈ ਹੁੰਦੀ ਹੈ, ਠੀਕ ਹੈ, ਸਭ ਦੇ ਉੱਪਰ ਅਪਲਾਈ ਹੁੰਦੀ ਹੈ। ਸੋ ਆਈ ਹੋਪ ਕਿ ਇਹ ਜਿਹੜੀ ਸਟ੍ਰੈਟਜੀ ਹੈ ਤੁਹਾਡੇ ਲਈ ਜ਼ਰੂਰ ਵਰਕ ਕਰੇਗੀ, ਠੀਕ ਹੈ ਜੀ। ਓਕੇ, ਸੋ ਮੈਂ ਇੱਥੇ ਇਦਾਂ ਨਹੀਂ ਆ ਸਟੂਡੈਂਟ ਕਿ ਮੈਂ ਤੁਹਾਨੂੰ ਇੱਥੇ ਇੱਕ ਵੀਡੀਓ ਦੱਸਦੀ ਹੈਗੀ ਹੈ ਤੇ ਬਸ ਇਹੀ ਤੁਹਾਡੇ ਲਈ ਗੁਰੂ ਮੰਤਰ ਹੈ। ਮੈਂ ਟਾਈਮ ਟੂ ਟਾਈਮ ਤੁਹਾਨੂੰ ਗਾਈਡ ਕਰਨ ਦੇ ਵਾਸਤੇ ਐਵੇਂ ਦੀ ਵੀਡੀਓਜ਼ ਜ਼ਰੂਰ ਲੈ ਕੇ ਆਵਾਂਗੀ, ਸੋ ਦੈਟ ਤੁਸੀਂ ਟਾਈਮਲੀ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਕਹਿ ਲਓ ਜਿਵੇਂ ਫੋਨ 'ਚ ਆਪਾਂ ਅਪਡੇਟ ਕਰਦੇ ਹਾਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਅਪਡੇਟ ਕਰ ਸਕੋ, ਠੀਕ ਹੈ। ਓਕੇ ਜੀ, ਠੀਕ ਹੈ ਜੀ, ਚਲੋ। ਸੋ ਠੀਕ ਹੈ ਫਿਰ ਸਟੂਡੈਂਟ, ਮੇਰੀ ਤਰਫ ਤੋਂ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ, ਮੇਰੀ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ ਤੇ ਤੁਸੀਂ ਆਪਣੀ ਮੇਨਸ ਦੀ ਪ੍ਰੈਪਰੇਸ਼ਨ ਸਟਾਰਟ ਕਰੋ। ਤੇ ਇਹਦੇ ਲਈ ਸਟੂਡੈਂਟ ਪੰਜਾਬ ਸਟੱਡੀ ਆਈਕਿਊ ਨੇ ਇੱਥੇ ਈਵਨ ਕੋਰਸ ਵੀ ਲਾਂਚ ਕਰਤਾ ਹੈਗਾ ਸਟੂਡੈਂਟ, ਦੈਟ ਇਜ਼ ਆਖਰੀ ਮੌਕਾ ਮੇਨਸ ਟੈਸਟ ਸੀਰੀਜ਼, ਠੀਕ ਹੈ। ਸੋ ਤੁਸੀਂ ਇਸ ਮੇਨਸ ਦੀ ਟੈਸਟ ਸੀਰੀਜ਼ ਨੂੰ ਪ੍ਰਪੇਅਰ ਕਰ ਸਕਦੇ ਹੋ ਸਟੂਡੈਂਟ। 1 ਸੈਕਿੰਡ, ਠੀਕ ਹੈ ਜੀ। ਸੋ ਇਹ ਆਪਣੀ ਮੇਨਸ ਦੀ ਜਿਹੜੀ ਟੈਸਟ ਸੀਰੀਜ਼ ਹੈਗੀ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੇਗੀ, ਠੀਕ ਹੈ। ਇੱਕ ਸੈਕਿੰਡ ਸਟੂਡੈਂਟ, ਸੋ ਸੇਲ ਚੱਲ ਰਹੀ ਹੈ ਇਸ ਟਾਈਮ ਆਪਣੀ, ਬਹੁਤ ਹੀ ਮਤਲਬ ਫਾਈਨਲ ਮਾਈਲ ਸੇਲ ਚੱਲ ਰਹੀ ਹੈ ਪੰਜਾਬ ਪੀਸੀਐਸ ਤੇ ਮੇਨਸ ਦੀ ਕ੍ਰੈਸ਼ ਕੋਰਸ ਕੰਬੋ, ਜਿਹਦੇ ਅੰਦਰ ਕ੍ਰੈਸ਼ ਕੋਰਸ ਵੀ ਹੈ ਤੇ ਮੇਨਸ ਦੀ ਟੈਸਟ ਸੀਰੀਜ਼। ਟੈਸਟ ਕਿੰਨੇ ਨੇ ਟੋਟਲ? 16 ਟੈਸਟ ਨੇ ਸਟੂਡੈਂਟ, ਆਪਣੇ ਟੋਟਲ 16 ਟੈਸਟ ਨੇ ਸਟੂਡੈਂਟ, ਠੀਕ ਹੈ। ਤੇ ਕ੍ਰੈਸ਼ ਕੋਰਸ ਹੋਏਗਾ 60 ਡੇਜ਼ ਦਾ ਇਹ ਪਲਾਨ ਹੈ ਸਟੂਡੈਂਟ। 16 ਟੈਸਟ ਨੇ, ਹਰ ਇੱਕ ਸਬਜੈਕਟ ਦੇ 2-2 ਟੈਸਟ ਹੋਣਗੇ ਤੁਹਾਡੇ, ਠੀਕ ਹੈ। ਸੋ ਤੁਸੀਂ ਮੇਰਾ ਕੋਡ ਜੀਕੇ ਲਾਈਵ ਲਗਾ ਕੇ ਇੱਥੇ ਬਹੁਤ ਹੀ ਹੈਵੀ ਡਿਸਕਾਊਂਟ ਲੈ ਸਕਦੇ ਹੋ। ਤੇ ਕ੍ਰੈਸ਼ ਕੋਰਸ ਪਲੱਸ ਟੈਸਟ ਸੀਰੀਜ਼ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ 8,999 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ। ਸੋ ਤੁਸੀਂ ਇਸ ਨੂੰ ਆਪਣੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਹੈ, ਉੱਥੋਂ ਜਾ ਕੇ ਤੁਸੀਂ ਇਸ ਨੂੰ ਅਵੇਲ ਕਰ ਸਕਦੇ ਹੋ, ਠੀਕ ਹੈ ਜੀ। ਓਕੇ, ਠੀਕ ਹੈ ਜੀ, ਚਲੋ। ਸੋ ਠੀਕ ਹੈ ਫਿਰ ਸਟੂਡੈਂਟ, ਸਟਾਰਟ ਕਰੋ ਆਪਣੀ ਮੇਨਸ ਦੀ ਪ੍ਰੈਪਰੇਸ਼ਨ, ਅਸੀਂ ਤੁਹਾਡੇ ਨਾਲ ਹੈਗੇ ਹਾਂ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਸੋ ਮਚ। ਯੂ ਮੇ ਲੀਵ ਨਾਓ, ਬਾਏ ਬਾਏ, ਟੇਕ ਕੇਅਰ।